ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਫਸਲੀ ਵੰਨ ਸੁਵੰਨਤਾ। ਜੀ ਹਾਂ ਦੋਸਤੋ, ਜਿਵੇਂ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਇੱਕ ਗੱਲ ਸਭ ਦੇ ਸਾਹਮਣੇ ਆ ਰਹੀ ਹੈ ਵੀ ਪੰਜਾਬ ਦੇ ਵਿੱਚ ਪਾਣੀ ਦਾ ਪੱਧਰ ਨਿੱਤ ਹੇਠਾਂ ਡਿੱਗਦਾ ਜਾ ਰਿਹਾ ਤੇ ਸਾਡਾ ਵਾਤਾਵਰਨ ਉਹ ਪਲੀਤ ਹੋ ਰਿਹਾ ਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਜਾਂ ਮਾਹਰਾਂ ਵੱਲੋਂ ਇਸ ਦੇ ਪਿੱਛੇ ਮੁੱਖ ਕਾਰਨ ਜਿਹੜਾ ਹੈਗਾ ਕਣਕ ਤੇ ਝੋਨੇ ਦੀ ਪੈਦਾਵਾਰ ਨੂੰ ਦੱਸਿਆ ਜਾਂਦਾ, ਫਸਲ ਚੱਕਰ ਨੂੰ ਦੱਸਿਆ ਜਾਂਦਾ ਵੀ ਕਿ ਉਸ ਕਰਕੇ ਸਾਡੇ ਪੰਜਾਬ ਦਾ ਪਾਣੀ ਜਿਹੜਾ ਹੈ ਲਗਾਤਾਰ ਉਹ ਹੇਠਾਂ ਡਿੱਗਦਾ ਜਾ ਰਿਹਾ। ਪੰਜਾਬ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਹੈਗਾ ਨੀਵਾਂ ਜਾ ਰਿਹਾ ਹੈ। ਬਹੁਤ ਵੱਡੀ ਗਿਣਤੀ ਸਾਡੇ ਬਲਾਕ ਜਿਹੜੇ ਨੇ ਉਹ ਡਾਰਕ ਜ਼ੋਨ ਦੇ ਵਿੱਚ ਆ ਚੁੱਕੇ ਨੇ। ਉਸ ਦੇ ਬਾਵਜੂਦ ਜਿਹੜਾ ਹੈਗਾ ਇਹ ਜਿਉਂ ਦਾ ਤਿਉਂ ਲਗਾਤਾਰ ਜਾਰੀ ਹੈ। ਤੇ ਗੱਲ ਕਰੀਏ ਸਾਡੀਆਂ ਸਰਕਾਰਾਂ ਦੀ, ਸਰਕਾਰਾਂ ਵੱਲੋਂ ਲਗਾਤਾਰ ਕਿਸਾਨਾਂ ਨੂੰ ਇਸ ਫਸਲ ਚੱਕਰ 'ਚੋਂ ਬਾਹਰ ਕੱਢ ਕੇ ਫਸਲੀ ਵੰਨ ਸੁਵੰਨਤਾ ਵੱਲ ਲਿਆਉਣ ਦੀਆਂ ਗੱਲਾਂ ਬਹੁਤ ਕਰੀਆਂ ਜਾਂਦੀਆਂ ਨੇ, ਵਾਅਦੇ ਬਹੁਤ ਕੀਤੇ ਜਾਂਦੇ ਨੇ, ਪਰ ਅੱਜ ਤੱਕ ਕੋਈ ਵੀ ਸਰਕਾਰ ਇਸ ਗੱਲ 'ਤੇ ਅਮਲੀ ਜਾਮਾ ਨਹੀਂ ਪਵਾ ਸਕੀ ਵੀ ਕਿ ਕਿਸਾਨਾਂ ਨੂੰ ਫਸਲ ਚੱਕਰ 'ਚੋਂ ਬਾਹਰ ਕੱਢ ਕੇ ਜਿਹੜੀ ਫਸਲੀ ਵੰਨ ਸੁਵੰਨਤਾ ਵਾਲੇ ਪਾਸੇ ਲਿਆਂਦਾ ਜਾ ਸਕੇ, ਤਾਂ ਜੋ ਇਹ ਕਣਕ ਤੇ ਝੋਨੇ ਦਾ ਜਿਹੜਾ ਚੱਕਰ ਹੈ ਉਸ ਤੋਂ ਕਿਸਾਨ ਜਿਹੜੇ ਦੂਰ ਹੋ ਸਕਣ, ਕਿਸਾਨਾਂ ਨੂੰ ਮੁਕਤੀ ਮਿਲ ਸਕੇ। ਪਰ ਅਜਿਹਾ ਕਦੇ ਨਹੀਂ ਹੋਇਆ ਤੇ ਲਗਾਤਾਰ ਸਰਕਾਰਾਂ ਦੀ ਕਮਜ਼ੋਰੀਆਂ ਕਰਕੇ ਪੰਜਾਬ ਦੇ ਵਿੱਚ ਉਹੀ ਕਣਕ ਤੇ ਝੋਨੇ ਦਾ ਜਿਹੜੀ ਪੈਦਾਵਾਰ ਹੈ ਜਿਉਂ ਦੀ ਤਿਉਂ ਚੱਲ ਰਹੀ ਹੈ। ਕਿਸਾਨ ਕਣਕ ਦੀ ਪੈਦਾਵਾਰ ਕਰਦੇ ਨੇ, ਉਸ ਤੋਂ ਬਾਅਦ ਝੋਨੇ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ। ਝੋਨੇ ਦਾ ਸੀਜ਼ਨ ਆਉਂਦਾ, ਹਰ ਵਾਰ ਸਰਕਾਰਾਂ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਜਿਹੜਾ ਘੱਟੋ ਘੱਟ ਕਰਨ ਲਈ ਜਾਗਰੂਕ ਕਰਦੀਆਂ ਨੇ, ਪਰ ਉਸ ਦੇ ਵੀ ਕੋਈ ਨਤੀਜੇ ਸਾਹਮਣੇ ਨਹੀਂ ਆ ਰਹੇ ਕਿਉਂਕਿ ਇਸ ਦੇ ਪਿੱਛੇ ਕਿਸਾਨ ਵੀ ਕੀ ਕਰਨ। ਕਿਸਾਨਾਂ ਕੋਲ ਕਮਾਈ ਦੇ ਹੋਰ ਕੋਈ ਸਾਧਨ ਨਹੀਂ ਹੈ, ਨਾ ਹੀ ਸਰਕਾਰਾਂ ਉਹਨਾਂ ਦੀ ਕੋਈ ਵਿੱਤੀ ਤੌਰ 'ਤੇ ਮਦਦ ਕਰ ਰਹੀਆਂ ਨੇ। ਇਸ ਕਰਕੇ ਕਿਸਾਨ ਵੀ ਉਸੇ ਜੋ ਸਿਸਟਮ 'ਚ ਉਹ ਬਿਜਾਈ ਕਰਦੇ ਆ ਰਹੇ ਨੇ ਉਸੇ ਨੂੰ ਅੱਗੇ ਤੋਰ ਰਹੇ ਨੇ। ਪਰ ਪੰਜਾਬ 'ਚ ਨਵੀਂ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਹੁਤ ਹੀ ਵਧੀਆ ਜਿਹੜਾ ਕਿਸਾਨਾਂ ਲਈ ਲਾਹੇਵੰਦ 2 ਕਦਮ ਚੁੱਕੇ ਗਏ ਨੇ, ਜਿਨ੍ਹਾਂ ਦੀ ਪੂਰੇ ਪੰਜਾਬ ਭਰ ਦੇ ਵਿੱਚ ਸ਼ਲਾਘਾ ਹੋ ਰਹੀ ਹੈ। ਪਹਿਲਾਂ ਤਾਂ ਅੱਜ ਤੋਂ ਹਫ਼ਤਾ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਵੀ ਕਿ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਜਿਹੜਾ ਪ੍ਰੇਰਿਆ ਸੀਗਾ, ਜਾਗਰੂਕ ਕੀਤਾ ਸੀ ਤੇ ਇਸ ਦੇ ਨਾਲ ਹੀ ਜਿਹੜਾ ਹੈਗਾ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਜਿਹੜਾ ਹੈ ਉਹ ਵਿੱਤੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਸੀ। ਭਾਵੇਂ ਪੰਜਾਬ ਦੇ ਕਿਸਾਨਾਂ ਵੱਲੋਂ ਇਸ 1500 ਰੁਪਏ ਦੀ ਰਾਸ਼ੀ ਨੂੰ ਬਹੁਤ ਥੋੜ੍ਹਾ ਦੱਸਿਆ ਜਾ ਰਿਹਾ, ਪਰ ਸੋਚਣ ਵਾਲੀ ਗੱਲ ਇਹ ਹੈ ਵੀ ਕਿ ਸਰਕਾਰਾਂ ਦੀ ਕਿਤੇ ਨਾ ਕਿਤੇ ਪਹਿਲ ਕਦਮੀ ਤਾਂ ਕੀਤੀ। ਅੱਜ ਤੱਕ ਦੀ ਸਰਕਾਰਾਂ ਵੱਲੋਂ ਐਲਾਨ ਤਾਂ ਬਹੁਤ ਕੀਤੇ ਗਏ, ਪਰ ਜਿਹੜਾ ਉਸ ਨੂੰ ਅਮਲੀ ਜਾਮਾ ਨਹੀਂ ਕਦੀ ਪਵਾ ਸਕੀਆਂ। ਪਰ ਇਸ ਸਰਕਾਰ ਨੇ ਜਿਹੜਾ ਹੈਗਾ ਕਿਸਾਨਾਂ ਨੂੰ ਜੇ ਸਿੱਧੀ ਬਿਜਾਈ ਕਰਨ ਲਈ ਝੋਨੇ ਦੀ ਉਤਸ਼ਾਹਿਤ ਕੀਤਾ, ਜਾਗਰੂਕ ਕੀਤਾ, ਤਾਂ ਉੱਥੇ ਹੀ ਕਿਤੇ ਨਾ ਕਿਤੇ 1500 ਰੁਪਏ ਵਿੱਤੀ ਮਦਦ ਦੇਣ ਦਾ ਵੀ ਐਲਾਨ ਕੀਤਾ। ਇਸ ਤੋਂ ਪਤਾ ਲੱਗਦਾ ਸਰਕਾਰ ਕਿਸਾਨਾਂ ਦੇ ਹੱਕ ਦੇ ਵਿੱਚ ਵਿਉਂਤਬੰਦੀ ਕਰ ਰਹੀ ਹੈ, ਫੈਸਲੇ ਕਰ ਰਹੀ ਹੈ ਤੇ ਹੋਰ ਵੀ ਪਲੈਨਿੰਗ ਜਿਹੜੀ ਹੈਗੀ ਲਗਾਤਾਰ ਕਰਨ ਲੱਗੀ ਹੋਈ ਹੈ। ਤੇ ਇਸ ਦੇ ਨਾਲ ਹੀ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਹੋਰ ਵੱਡਾ ਐਲਾਨ ਸਾਡੀ ਕਿਸਾਨੀ ਨੂੰ ਲੈ ਕੇ ਕੀਤਾ, ਜਿਸ 'ਚ ਉਹਨਾਂ ਨੇ ਕਿਹਾ ਵੀ ਕਿ ਉਹ ਮੂੰਗੀ ਦੀ ਫਸਲ ਵੀ MSP 'ਤੇ ਖਰੀਦ ਕਰਨਗੇ। ਦੋਸਤੋ ਉਰੇ ਦੱਸਣਾ ਬਣਦਾ, ਹੁਣ ਤੱਕ ਪੰਜਾਬ ਦੇ ਵਿੱਚ ਸਿਰਫ ਕਣਕ ਤੇ ਝੋਨੇ ਦੀ ਫਸਲ ਹੀ ਜਿਹੜਾ MSP 'ਤੇ ਖਰੀਦ ਹੋ ਰਹੀ ਸੀ, ਪਰ ਹੁਣ ਪੰਜਾਬ ਸਰਕਾਰ ਨੇ ਐਲਾਨ ਕਰ ਦਿੱਤਾ ਵੀ ਕਿ ਉਹ ਮੂੰਗੀ ਦੀ ਫਸਲ ਨੂੰ ਵੀ ਜਿਹੜਾ ਹੈਗਾ ਝੋਨੇ 'ਤੇ ਉਹ MSP 'ਤੇ ਜਿਹੜਾ ਹੈਗਾ ਖਰੀਦਣਗੇ। ਤੇ ਇਹ ਸਰਕਾਰ ਦਾ ਬਹੁਤ ਹੀ ਇੱਕ ਸਵਾਗਤਯੋਗ ਕਦਮ ਹੈ, ਇੱਕ ਚੰਗਾ ਕਦਮ ਹੈ ਵੀ ਕਿ ਸਰਕਾਰ ਵੱਲੋਂ ਕਿਤੇ ਨਾ ਕਿਤੇ ਕਿਸਾਨਾਂ ਨੂੰ ਫਸਲ ਚੱਕਰ 'ਚੋਂ ਬਾਹਰ ਕੱਢਣ ਵਾਲੇ ਪਾਸੇ ਜਿਹੜਾ ਇੱਕ ਹੋਰ ਕਦਮ ਜਿਹੜਾ ਹੈਗਾ ਚੁੱਕਿਆ। ਦੋਸਤੋ ਉਰੇ ਵੱਡੀ ਗੱਲ ਇਹ ਆਉਂਦੀ ਹੈ ਵੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਦੋਂ ਇਹ ਐਲਾਨ ਕੀਤਾ, ਉਸ ਦੇ ਨਾਲ ਹੀ ਉਹਨਾਂ ਨੇ ਕੁਝ ਗੱਲਾਂ ਹੋਰ ਵੀ ਕਹੀਆਂ ਨੇ ਜੋ ਕਿ ਸੁਣਨ ਵਾਲੀਆਂ ਸੀ, ਧਿਆਨ ਕਰਨ ਵਾਲੀਆਂ ਸੀ। ਉਹਨਾਂ ਦਾ ਕਹਿਣਾ ਸੀ ਵੀ ਕਿ ਮੂੰਗੀ ਦੀ ਫਸਲ ਨੂੰ ਜਿਹੜਾ 55 ਦਿਨਾਂ ਦਾ ਜਿਹੜਾ ਸਮਾਂ ਲੱਗਦਾ ਹੈ ਫਸਲ ਤਿਆਰ ਹੋਣ 'ਚ, ਤੇ ਉਹਨਾਂ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਵੀ ਕਿ ਜਿਹੜੇ ਕਣਕ ਦੀ ਫਸਲ ਜਿਹੜੇ ਵੇਚ ਵੱਟ ਕੇ ਵਿਹਲੇ ਹੋ ਚੁੱਕੇ ਨੇ, ਉਹ ਮੂੰਗੀ ਦੀ ਫਸਲ ਜਿਹੜਾ ਜੇ ਅੱਜ ਬੀਜਦੇ ਨੇ ਤਾਂ ਉਹ ਜੁਲਾਈ ਪਹਿਲੇ ਹਫ਼ਤੇ ਤੱਕ ਜਿਹੜਾ ਹੈ ਮੂੰਗੀ ਦੀ ਫਸਲ ਤਿਆਰ ਹੋ ਜਾਵੇਗੀ ਤੇ ਉਸ ਤੋਂ ਬਾਅਦ ਕਿਸਾਨ ਮੂੰਗੀ ਦੀ ਫਸਲ ਵੇਚ ਸਕਦੇ ਨੇ ਤੇ ਆਪਣਾ ਜਿਹੜਾ ਕਾਰੋਬਾਰ ਅੱਗੇ ਤੋਰ ਸਕਦੇ ਨੇ, ਆਪਾਂ ਇਹ ਕਹਿ ਲਈਏ। ਤੇ ਇਸ ਦੇ ਨਾਲ ਹੀ ਉਹਨਾਂ ਇੱਕ ਹੋਰ ਗੱਲ ਕਹੀ ਹੈ ਵੀ ਜੇਕਰ ਜੁਲਾਈ ਦੇ ਪਹਿਲੇ ਹਫ਼ਤੇ ਕਿਸਾਨ ਮੂੰਗੀ ਦੀ ਫਸਲ ਦੀ ਵਢਾਈ ਕਰ ਲੈਂਦੇ ਨੇ, ਵਾਢੀ ਕਰ ਲੈਂਦੇ ਨੇ, ਉਸ ਤੋਂ ਬਾਅਦ ਕਿਸਾਨ ਝੋਨੇ ਦੀ 126 ਜਿਹੜੀ ਕਿਸਮ ਹੈ ਉਸਦੀ ਤੇ ਬਾਸਮਤੀ ਦੀ ਵੀ ਬਿਜਾਈ ਕਰ ਸਕਦੇ ਨੇ।
ਦੋਸਤੋ ਇਸ ਦਾ ਇੱਕ ਸਿੱਧੇ ਤੌਰ ਤੇ ਲਾਭ ਇਹ ਵੀ ਦੇਖਣ ਨੂੰ ਮਿਲ ਰਿਹਾ ਵੀ ਕਿ ਹੁਣ ਤੱਕ ਜਿਹੜੇ ਕਿਸਾਨ ਪੰਜਾਬ ਦੇ ਸਿਰਫ ਕਣਕ ਤੇ ਝੋਨੇ ਦੀ ਪੈਦਾਵਾਰ ਕਰਦੇ ਸੀ, ਉਹਨਾਂ ਕੋਲ ਇੱਕ ਤੀਜੀ ਫਸਲ ਦੀ ਹੋਰ ਆਪਸ਼ਨ ਜਿਹੜੀ ਹੈਗੀ ਆ ਦਿਖਾਈ ਦੇ ਰਹੀ ਹੈ, ਔਰ ਉਸ ਫਸਲ ਦੀ ਜਿਹੜੀ ਖਰੀਦ ਆ ਉਹ ਵੀ ਸਰਕਾਰ MSP ਤੇ ਕਰੇਗੀ। ਇਸ ਤੋਂ ਪਤਾ ਲੱਗਦਾ ਪੰਜਾਬ ਕੋਲ ਹੁਣ MSP ਤੇ ਜਿੱਥੇ 2 ਫਸਲਾਂ ਸੀ, ਹੁਣ ਤੀਜੀ ਫਸਲ ਹੋਰ ਜਿਹੜੀ ਹੈਗੀ ਹੈ ਉਹ ਆ ਚੁੱਕੀ ਹੈ। ਤੇ ਹੁਣ ਦੇਖਣਾ ਇਹੀ ਹੋਵੇਗਾ ਵੀ ਕਿ ਪੰਜਾਬ ਸਰਕਾਰ ਨੇ ਤਾਂ ਐਲਾਨ ਕਰ ਦਿੱਤਾ ਹੈ ਵੀ ਕਿ ਪੰਜਾਬ ਦੇ ਕਿੰਨੇ ਕੁ ਕਿਸਾਨ ਜਿਹੜੇ ਨੇ ਉਹ ਇਸ ਵੱਲ ਜਿਹੜਾ ਆਪਣਾ ਕਦਮ ਵਧਾਉਂਦੇ ਨੇ, ਇਸ ਫਸਲ ਦੀ ਜਿਹੜੀ ਬਿਜਾਈ ਕਰਦੇ ਨੇ। ਦੋਸਤੋ ਪੰਜਾਬ ਸਰਕਾਰ ਦਾ ਇਹ ਇੱਕ ਵੱਡਾ ਤੇ ਸਵਾਗਤਯੋਗ ਕਦਮ ਹੈ। ਤੇ ਇੱਥੇ ਹੀ ਵੱਡੀ ਗੱਲ ਇਹ ਵੀ ਆਉਂਦੀ ਹੈ ਵੀ ਕਿ ਸਰਕਾਰ ਦਾ ਇਹ ਜਿੱਥੇ ਇੱਕ ਵੱਡਾ ਫੈਸਲਾ ਲਿੱਤਾ ਹੈ, ਪਰ ਉੱਥੇ ਹੀ ਗੱਲ ਕਰੀਏ ਤਾਂ ਇਹ ਇੱਕ ਸੀਮਤ ਫੈਸਲਿਆਂ ਦੇ ਵਿੱਚ ਵੀ ਅਸੀਂ ਗਿਣ ਸਕਦੇ ਹਾਂ ਵੀ ਕਿ ਸਰਕਾਰ ਵੱਲੋਂ ਹੁਣ ਤੱਕ ਵੱਡੇ ਵੱਡੇ ਕਈ ਐਲਾਨ ਕਰਦੇ ਵੀ ਆ ਰਹੀਆਂ ਨੇ, ਤੇ ਇਸ ਸਰਕਾਰ ਨੇ ਵੀ ਕਈ ਵੱਡੇ ਐਲਾਨ ਕੀਤੇ ਨੇ। ਪਰ ਜੇਕਰ ਗੱਲ ਕਰੀਏ ਅਜਿਹੇ ਛੋਟੇ ਛੋਟੇ ਫੈਸਲਿਆਂ ਦੀ, ਤਾਂ ਅਜਿਹੇ ਫੈਸਲੇ ਬਹੁਤ ਹੀ ਸਰਕਾਰ 'ਤੇ ਬਹੁਤਾ ਨਾ ਤਾਂ ਵਿੱਤੀ ਤੌਰ 'ਤੇ ਬੋਝ ਪਾਉਂਦੇ ਨੇ, ਨਾ ਕੁਝ ਵੀ, ਪਰ ਇਸ ਦਾ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੇ ਪੱਧਰ 'ਤੇ ਜਿਹੜਾ ਲਾਭ ਹੋ ਸਕਦਾ, ਫਾਇਦਾ ਮਿਲ ਸਕਦਾ। ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਵੀ ਕਿ ਇਸ ਤਰ੍ਹਾਂ ਦੇ ਜਿਹੜੇ ਕਦਮ ਹੈ ਉਹ ਲਗਾਤਾਰ ਚੁੱਕਦੇ ਰਹਿਣ। ਪਰ ਦੋਸਤੋ ਜੇਕਰ ਦੇਖੀਏ ਤਾਂ ਪਿਛਲੇ 1 ਸਾਲ ਤੋਂ ਜਿੱਥੇ ਸਾਡੇ ਪੰਜਾਬ ਦੇ ਨਹੀਂ ਦੇਸ਼ ਭਰ ਦੇ ਕਿਸਾਨਾਂ ਨੇ ਦਿੱਲੀ ਦੀ ਬਰੂਹਾਂ 'ਤੇ 3 ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਸੰਘਰਸ਼ ਕੀਤਾ ਹੈ, ਸੰਘਰਸ਼ ਦੀ ਲੜਾਈ ਲੜੀ ਹੈ, ਉੱਥੇ ਹੀ ਜਿਹੜਾ ਕਿਸਾਨ ਇਹ ਵੀ ਮੰਗ ਕਰ ਰਹੇ ਸੀ ਵੀ ਕਿ 23 ਦੀ 23 ਫਸਲਾਂ 'ਤੇ MSP ਦੀ ਕਾਨੂੰਨਨ ਗਰੰਟੀ ਦਿੱਤੀ ਜਾਵੇ। ਪਰ ਕੇਂਦਰ ਸਰਕਾਰ ਵੱਲੋਂ ਉਹ ਕਾਨੂੰਨਨ ਗਰੰਟੀ ਤਾਂ ਨਹੀਂ ਦਿੱਤੀ ਗਈ, ਪਰ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਹੁਣ ਤੱਕ ਜਿਹੜੀ 2 ਫਸਲਾਂ 'ਤੇ MSP ਦੀ ਖਰੀਦ ਹੁੰਦੀ ਸੀ ਉਹ ਹੁਣ 3 ਫਸਲਾਂ 'ਤੇ ਹੋਣੀ ਸ਼ੁਰੂ ਹੋ ਗਈ ਹੈ। ਅਤੇ ਗੱਲ ਕਰੀਏ ਉੱਥੇ ਸਾਡਾ ਗੁਆਂਢੀ ਸੂਬਾ ਹਰਿਆਣਾ, ਉਹ 9 ਫਸਲਾਂ ਨੂੰ ਜਿਹੜਾ ਹੈਗਾ MSP 'ਤੇ ਖਰੀਦ ਕਰ ਰਿਹਾ। ਉਹ ਮੱਕੀ ਵੀ ਹੈ, ਬਾਜਰਾ ਵੀ ਹੈ, ਹੋਰ ਵੀ ਜਿਹੜਾ ਸਰੋਂ ਵੀ ਹੈ, ਸੂਰਜਮੁਖੀ ਵੀ ਹੈ, ਇਸ ਤਰ੍ਹਾਂ 9 ਫਸਲਾਂ ਦੀ MSP 'ਤੇ ਉਹ ਖਰੀਦ ਕਰਨ ਲੱਗਿਆ ਹੋਇਆ। ਅਤੇ ਹੁਣ ਸਰਕਾਰਾਂ ਨੂੰ ਇਹੀ ਚਾਹੀਦਾ ਵੀ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਇਸ ਸਾਲ 1 ਫਸਲ 'ਤੇ ਜਿਹੜਾ ਹੈਗਾ ਇਹ MSP 'ਤੇ ਖਰੀਦ ਕਰਨ ਦਾ ਐਲਾਨ ਕੀਤਾ, ਹੁਣ ਸਰਕਾਰ ਆਉਂਦੇ ਸਾਲ ਨੂੰ ਹੋਰ ਵੀ ਵਿਊਤਬੰਦੀ ਕਰੇ ਤਾਂ ਜੋ ਇਸ MSP 'ਤੇ ਖਰੀਦ ਦੇਖੀ ਜਾਵੇ, ਉਹਦਾ ਕੀ ਰਿਸਪੌਂਸ ਰਹਿੰਦਾ ਹੈ, ਕਿਸ ਤਰ੍ਹਾਂ ਨਤੀਜੇ ਸਾਹਮਣੇ ਆਉਂਦੇ ਨੇ, ਅਤੇ ਉਸ ਤੋਂ ਬਾਅਦ ਸਰਕਾਰ ਹੋਰ ਇੱਕ ਅੱਧੀ ਫਸਲ ਨੂੰ ਜਿਹੜਾ ਐਡ ਔਨ ਕਰਕੇ MSP 'ਤੇ ਖਰੀਦ ਦਾ ਐਲਾਨ ਕਰੇ, ਫੈਸਲਾ ਲਵੇ ਅਤੇ ਕਿਸਾਨਾਂ ਦੇ ਪੱਖ ਦੇ ਵਿੱਚ ਜਿਹੜਾ ਹੈਗਾ ਇੱਕ ਹੋਰ ਵੱਡੇ ਕਦਮ ਚੁੱਕੇ। ਦੋਸਤੋ ਪਰ ਉਰੇ ਇੱਕ ਵੱਡੀ ਗੱਲ ਇਹ ਵੀ ਆਉਂਦੀ ਹੈ ਵੀ ਕਿ MSP 'ਤੇ ਫਸਲ ਦੀ ਖਰੀਦ ਲਈ ਸਰਕਾਰਾਂ ਨੂੰ ਫੰਡ ਦੀ ਵੀ ਲੋੜ ਪੈਂਦੀ ਹੈ, ਜਿਸ ਨੂੰ ਆਪਾਂ ਕਾਰਪਸ ਫੰਡ ਕਹਿ ਦਿੰਦੇ ਹਾਂ ਵੀ ਕਾਰਪਸ ਫੰਡ ਤੋਂ ਬਿਨਾਂ ਸਰਕਾਰਾਂ ਇਹ ਕੰਮ ਨਹੀਂ ਕਰ ਸਕਦੀਆਂ। ਅਤੇ ਕਾਰਪਸ ਫੰਡ ਕਈ ਤਰੀਕੇ ਨਾਲ ਜਿਹੜਾ ਹੈਗਾ ਸਰਕਾਰਾਂ ਅਰੇਂਜ ਕਰ ਸਕਦੀਆਂ ਨੇ, ਉਸ ਨੂੰ ਚਾਹੇ ਉਹ ਆਪਣੇ ਪੱਧਰ 'ਤੇ ਵੀ ਤਿਆਰ ਕਰ ਲੈਣ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਕਾਰਪਸ ਫੰਡ ਜਿਹੜਾ ਹੈਗਾ ਬੈਂਕਾਂ ਤੋਂ ਲੋਨ ਰਾਹੀਂ ਵੀ ਲੈ ਸਕਦੀਆਂ ਨੇ, ਕਿਉਂਕਿ ਉਸ ਦੀ ਜਿਣਸ ਜਿਹੜੀ ਹੈਗੀ ਆਪਾਂ ਗੱਲ ਕਰ ਲਈਏ, ਸਰਕਾਰ ਨੇ MSP 'ਤੇ ਕਿਸਾਨਾਂ ਤੋਂ ਖਰੀਦ ਲੈਣੀ ਹੈ ਅਤੇ ਅੱਗੇ ਬਾਜ਼ਾਰ ਦੇ ਵਿੱਚ ਸਰਕਾਰ ਉਹ ਵੇਚਣ ਦੀ ਇੱਕ ਵਿਊਤਬੰਦੀ ਵੀ ਬਣਾ ਸਕਦੀ ਹੈ, ਜਿਸ ਤੋਂ ਸਰਕਾਰ ਨੂੰ ਵੀ ਕੁਝ ਨਾ ਕੁਝ ਮੁਨਾਫਾ ਜਿਹੜਾ ਹੋ ਸਕਦਾ। ਇਸ ਤਰ੍ਹਾਂ ਜਿਹੜਾ ਹੈਗਾ ਬੈਂਕ ਤੋਂ ਵੀ ਲੋਨ ਮਿਲ ਸਕਦਾ। ਜੇਕਰ ਅਜਿਹਾ ਵੀ ਨਹੀਂ ਹੁੰਦਾ ਤਾਂ ਸਭ ਤੋਂ ਵੱਡਾ ਸਰਕਾਰ ਕੋਲ ਇਹ ਰਾਹ ਰਹਿੰਦਾ, ਸਰਕਾਰ ਕੇਂਦਰ ਤੋਂ ਜਿਹੜਾ ਹੈਗਾ ਇਸ ਦੀ ਮੰਗ ਕਰ ਸਕਦਾ ਕਿ ਕੇਂਦਰ ਸਰਕਾਰ ਕਾਰਪਸ ਫੰਡ ਜਿਹੜਾ ਸੂਬੇ ਨੂੰ ਮੁਹੱਈਆ ਕਰਵਾਉਣ ਲਈ ਹੱਥ ਅੱਗੇ ਵਧਾਵੇ, ਤਾਂ ਕਿ ਸੂਬਾ ਸਰਕਾਰ ਕੋਲ ਕਾਰਪਸ ਫੰਡ ਹੋਵੇ ਅਤੇ ਉਹ ਜਿਹੜਾ ਵੱਧ ਤੋਂ ਵੱਧ ਫਸਲਾਂ ਨੂੰ MSP 'ਤੇ ਖਰੀਦ ਸਕੇ। ਪਰ ਹੁਣ ਦੇਖਣਾ ਇਹੀ ਹੋਵੇਗਾ ਸਰਕਾਰ ਕਾਰਪਸ ਫੰਡ ਨੂੰ ਲੈ ਕੇ ਜਿਹੜਾ ਹੈਗਾ ਕਿਸ ਤਰ੍ਹਾਂ ਦੀ ਰਣਨੀਤੀ ਬਣਾਉਂਦੀ ਹੈ, ਤਾਂ ਜੋ ਇਹ MSP ਦੇ 2 ਫਸਲਾਂ ਤੋਂ ਬਾਅਦ ਤੀਜੀ ਫਸਲ ਦਾ ਐਲਾਨ ਹੈ, ਇਸ ਨੂੰ ਭਵਿੱਖ ਦੇ ਵਿੱਚ ਲਗਾਤਾਰ ਜਿਹੜਾ ਹੈਗਾ ਜਾਰੀ ਰੱਖਿਆ ਜਾ ਸਕੇ ਅਤੇ ਕਿਸਾਨਾਂ ਨੂੰ ਇਸ ਨਾਲ ਇੱਕ ਵੱਡੀ ਰਾਹਤ ਮਿਲੇਗੀ, ਉਹਨਾਂ ਨੂੰ ਆਮਦਨ ਦਾ ਇੱਕ ਵੱਡਾ ਸਰੋਤ ਮਿਲੇਗਾ। ਅਤੇ ਇਸ ਤੋਂ ਜਿਹੜਾ ਇਹ ਵੀ ਹੋਵੇਗਾ ਕਿਸਾਨੀ ਜਿਹੜੀ ਅੱਜ ਕਰਜ਼ੇ 'ਚ ਡੁੱਬੀ ਹੋਈ ਹੈ, ਕਿਸਾਨੀ ਕਿਤੇ ਨਾ ਕਿਤੇ ਕਰਜ਼ੇ ਤੋਂ ਬਾਹਰ ਆਉਂਦੀ ਵੀ ਦਿਖਾਈ ਦੇਵੇਗੀ। ਪੰਜਾਬ ਦਾ ਪਾਣੀ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ, ਪਾਣੀ ਬਚੇਗਾ, ਵਾਤਾਵਰਨ ਪਲੀਤ ਹੋਣ ਤੋਂ ਬਚੇਗਾ, ਅਤੇ ਇਸ ਦੇ ਨਾਲ ਹੀ ਜਿੱਥੇ ਕਿਸਾਨੀ ਸਾਡੀ ਕਰਜ਼ੇ ਤੋਂ ਬਾਹਰ ਆਵੇਗੀ ਤਾਂ ਕਿਸਾਨਾਂ ਦੀ ਖੁਦਕੁਸ਼ੀਆਂ ਵੀ ਜਿਹੜੀਆਂ ਉਹ ਘਟਣਗੀਆਂ ਅਤੇ ਪੰਜਾਬ ਜਿਹੜਾ ਹੈਗਾ ਇੱਕ ਖੁਸ਼ਹਾਲੀ ਵੱਲ ਤੁਰੇਗਾ। ਕਿਉਂਕਿ ਇੱਕ ਗੱਲ ਅਕਸਰ ਅਸੀਂ ਪਿਛਲੇ ਲੰਬੇ ਸਮੇਂ ਤੋਂ ਕਹਿੰਦੇ ਵੀ ਆ ਰਹੇ ਹਾਂ ਅਤੇ ਆਪਣੇ ਬਜ਼ੁਰਗਾਂ ਤੋਂ ਸੁਣਦੇ ਵੀ ਆ ਰਹੇ ਹਾਂ, ਜੇਕਰ ਸਾਡੀ ਪੰਜਾਬ ਦੀ ਕਿਸਾਨੀ ਖੁਸ਼ਹਾਲ ਹੋਵੇਗੀ ਤਾਂ ਸਾਡਾ ਪੰਜਾਬ ਖੁਸ਼ਹਾਲ ਹੋਵੇਗਾ, ਪੰਜਾਬ ਖੁਸ਼ਹਾਲ ਹੋਵੇਗਾ ਤਾਂ ਪੰਜਾਬ ਦੇ ਲੋਕ ਖੁਸ਼ਹਾਲ ਹੋਣਗੇ। ਅਤੇ ਇਸ ਦੇ ਨਾਲ ਹੀ ਜਿਹੜਾ ਹੈਗਾ ਹੋਰ ਵੀ ਸਰਕਾਰਾਂ ਨੂੰ ਚਾਹੀਦਾ ਵੀ ਕਿ ਉਹਨਾਂ ਨੇ ਕਿਸਾਨੀ ਨੂੰ ਲੈ ਕੇ ਜਿਹੜਾ ਇਸ ਤਰ੍ਹਾਂ ਦੇ ਫਸਲ 'ਚ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਨੇ, ਤਾਂ ਹੁਣ ਇੱਕ ਧਿਆਨ ਜਿਹੜਾ ਉਹ ਕਿਤੇ ਨਾ ਕਿਤੇ ਬਾਗਬਾਨੀ ਵਾਲੇ ਪਾਸੇ ਵੀ ਲਿਆਵੇ। ਕਿਉਂਕਿ ਸਾਡੇ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਬਾਗਬਾਨੀ ਦੇ ਹਾਲਾਤ ਬਹੁਤ ਮਾੜੇ ਹੁੰਦੇ ਜਾ ਰਹੇ ਨੇ। ਪੰਜਾਬ ਦੇ ਵਿੱਚੋਂ ਲਗਭਗ ਜ਼ਿਆਦਾਤਰ ਜਿੰਨਾ ਵੀ
ਫਲ ਹੈ ਉਹ ਦੂਜੇ ਸੂਬਿਆਂ ਤੋਂ ਆਉਂਦਾ ਹੈ, ਕਿਉਂਕਿ ਪੰਜਾਬ ਦੇ ਵਿੱਚ ਫਲ ਦੀ ਪੈਦਾਵਾਰ ਬਹੁਤ ਘੱਟ ਹੈ। ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ, ਪੰਜਾਬ ਸਰਕਾਰ ਨੂੰ ਚਾਹੀਦਾ ਵੀ ਕਿ ਉਹ ਇਸ ਵੱਲ ਵੀ ਧਿਆਨ ਦੇਵੇ। ਅਤੇ ਗੱਲ ਕਰੀਏ ਤਾਂ ਸਰਕਾਰ ਸ਼ੁਰੂਆਤੀ ਦੌਰ 'ਤੇ ਥੋੜ੍ਹੀ ਬਹੁਤੀ ਜ਼ਮੀਨ ਤੋਂ ਵੀ ਜਿਹੜਾ ਹੈਗਾ ਇਹ ਫੈਸਲਾ ਲੈ ਸਕਦੀ ਹੈ। ਭਾਵੇਂ ਸ਼ੁਰੂਆਤ ਦੇ ਵਿੱਚ ਸਰਕਾਰ ਸੂਬੇ ਦੀ ਸਾਰੀ ਪੰਚਾਇਤਾਂ ਨੂੰ ਇੱਕ ਹਦਾਇਤ ਜਾਰੀ ਕਰ ਦੇਵੇ ਵੀ ਕਿ ਜਿਹੜੀ ਪੰਚਾਇਤਾਂ ਕੋਲ ਜ਼ਮੀਨ ਹੈਗੀ ਆ ਉਸ ਦੀ 1 ਏਕੜ ਜ਼ਮੀਨ 'ਤੇ ਜਿਹੜਾ ਹੈਗਾ ਫਲਦਾਰ ਬੂਟੇ ਲਾਏ ਜਾਣ, ਦਰਖਤ ਲਾਏ ਜਾਣ, ਰੁੱਖ ਲਾਏ ਜਾਣ, ਅਤੇ ਉਸ ਦੀ ਦੇਖਭਾਲ ਜਿਹੜੀ ਆ ਉਹ ਮਨਰੇਗਾ ਥਰੂ ਕਰਵਾਈ ਜਾਵੇ, ਮਨਰੇਗਾ ਤੋਂ ਕਰਵਾਈ ਜਾਵੇ। ਇਸ ਨਾਲ ਜਿੱਥੇ 2 ਕੰਮ ਦੇਖਣ ਨੂੰ ਮਿਲਣਗੇ, ਪੰਜਾਬ ਦੀ ਧਰਤੀ 'ਤੇ ਫਲਦਾਰ ਬੂਟੇ ਵੀ ਲੱਗਣੇ ਸ਼ੁਰੂ ਹੋ ਜਾਣਗੇ ਅਤੇ ਉੱਥੇ ਹੀ ਮਨਰੇਗਾ 'ਚ ਵੱਡੀ ਗਿਣਤੀ 'ਚ ਲੋਕਾਂ ਨੂੰ ਕੰਮ ਵੀ ਮਿਲੇਗਾ, ਉਹਨਾਂ ਨੂੰ ਕਾਰੋਬਾਰ ਵੀ ਕਿਤੇ ਨਾ ਕਿਤੇ ਉਹਨਾਂ ਦਾ ਚੱਲਦਾ ਹੋਵੇਗਾ। ਅਤੇ ਇਹ ਗੱਲ ਕਰੀਏ ਤਾਂ ਮਨਰੇਗਾ ਰਾਹੀਂ ਜਿਹੜਾ ਹੈਗਾ ਕਿਸੇ ਵੀ ਇਸ ਤਰ੍ਹਾਂ ਦੀ ਦੇਖਭਾਲ ਰੁੱਖ ਦੀ ਜਿਹੜੀ ਹੈਗੀ ਉਹ ਲਗਾਤਾਰ 3 ਸਾਲ ਤੱਕ ਕਰਵਾਈ ਜਾ ਸਕਦੀ ਹੈ। ਅਤੇ ਸਰਕਾਰਾਂ ਜੇਕਰ ਇਸ ਕਦਮ ਨੂੰ ਚੁੱਕਦੀਆਂ ਨੇ ਤਾਂ ਮਨਰੇਗਾ ਅਧੀਨ ਜਿੱਥੇ ਇੱਕ ਬੰਦੇ ਨੂੰ ਲਗਾਤਾਰ 3 ਸਾਲ ਦਾ ਕੰਮ ਮਿਲੇਗਾ, ਉੱਥੇ ਜਿਹੜਾ ਹੈਗਾ ਰੁੱਖ ਵੀ 3 ਸਾਲਾਂ 'ਚ ਫਲ ਦੇਣ ਜੋਗਾ ਹੋ ਜਾਏਗਾ, ਫਲਦਾਰ ਹੋ ਜਾਵੇਗਾ। ਅਤੇ ਉਸ ਨਾਲ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੁਣ ਬਾਹਰੀ ਸੂਬਿਆਂ ਦਾ ਜਿਹੜਾ ਫਲ ਦੀ ਵਰਤੋਂ ਕਰਨੀ ਪੈਂਦੀ ਹੈ, ਕਾਰੋਬਾਰ ਕਰਨਾ ਪੈਂਦਾ, ਤਾਂ ਸਾਡੇ ਪੰਜਾਬ ਦੀ ਧਰਤੀ ਦਾ ਫਲ ਜਿਹੜਾ ਹੈਗਾ ਲੋਕ ਵਰਤ ਸਕਣਗੇ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਜਿਵੇਂ ਜਿਵੇਂ ਇਸ ਦੇ ਨਤੀਜੇ ਸਾਹਮਣੇ ਆਉਂਦੇ ਜਾਣਗੇ, ਕਾਰੋਬਾਰ ਸਾਹਮਣੇ ਆਉਂਦਾ ਜਾਵੇਗਾ, ਸਰਕਾਰ ਇਸ ਨੂੰ ਹੋਰ ਵਧਾ ਸਕਦੀ ਹੈ। ਜੇਕਰ ਇਸ ਦੇ ਨਤੀਜੇ ਬਹੁਤ ਵਧੀਆ ਰਹਿੰਦੇ ਨੇ ਤਾਂ ਸਰਕਾਰ ਸਾਡੀ ਸ਼ਾਮਲਾਟ ਜ਼ਮੀਨਾਂ ਤੋਂ 4 ਤੋਂ 5% ਜ਼ਮੀਨਾਂ ਨੂੰ ਬਾਗਬਾਨੀ ਲਈ ਰਾਖਵਾਂ ਵੀ ਰੱਖ ਸਕਦੀ ਹੈ, ਜਿੱਥੇ ਸਿਰਫ ਫਲਦਾਰ ਬੂਟਿਆਂ ਦੀ ਖੇਤੀ ਕੀਤੀ ਜਾ ਸਕੇ, ਤਾਂ ਜੋ ਪੰਜਾਬ ਦੀ ਧਰਤੀ ਜਿੱਥੇ ਹੁਣ ਤੱਕ ਕਣਕ ਅਤੇ ਝੋਨੇ ਦੀ ਪੈਦਾਵਾਰ ਕਰ ਰਹੀ ਹੈ ਉਹ ਬਾਗਬਾਨੀ ਦੇ ਵਿੱਚ ਵੀ ਅੱਗੇ ਆਵੇ। ਅਤੇ ਜਿਹੜੇ ਫਲਦਾਰ ਬੂਟੇ ਨੇ ਉਹ ਵੱਧ ਤੋਂ ਵੱਧ ਪੰਜਾਬ ਦੀ ਧਰਤੀ 'ਤੇ ਵੀ ਹੋ ਸਕਦੇ ਨੇ। ਪਰ ਦੋਸਤੋ, ਪੰਜਾਬ ਸਰਕਾਰ ਵੱਲੋਂ ਸਾਡੀ ਕਿਸਾਨੀ ਨੂੰ ਲੈ ਕੇ, ਚਾਹੇ ਉਹ ਸਿੱਧੀ ਬਿਜਾਈ ਦਾ ਹੋਵੇ ਅਤੇ ਚਾਹੇ ਮੂੰਗੀ ਦੀ ਫਸਲ MSP 'ਤੇ ਖਰੀਦਣ ਦਾ ਜਿਹੜਾ ਫੈਸਲਾ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ। ਇਸ ਤੋਂ ਪਤਾ ਲੱਗਦਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਦੇ ਹਿੱਤ ਦੇ ਵਿੱਚ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਨੇ। ਪਰ ਹੁਣ ਲੋੜ ਇਹ ਹੈ ਜਿੱਥੇ ਇੱਕ ਪੰਜਾਬ ਦੀ ਜਿਵੇਂ ਸਰਕਾਰ ਨੇ ਇੱਕ ਉਦਾਹਰਨ ਸੈੱਟ ਕਰ ਦਿੱਤੀ ਹੈ, ਉੱਥੇ ਹੋਰ ਸੂਬਿਆਂ ਦੀ ਸਰਕਾਰ ਆਪਣੇ ਲੈਵਲ 'ਤੇ ਇਹ ਫੈਸਲੇ ਲਵੇ ਅਤੇ ਇਸ ਤਰ੍ਹਾਂ ਦੀ ਨੀਤੀਆਂ, ਇਸ ਤਰ੍ਹਾਂ ਦੀ ਪਾਲਿਸੀਆਂ ਤਿਆਰ ਕਰੇ। ਅਤੇ ਉੱਥੇ ਹੀ ਕੇਂਦਰ ਸਰਕਾਰ ਨੂੰ ਵੀ ਲੋੜ ਹੈ ਵੀ ਕਿ ਉਹ ਕਿਸਾਨਾਂ ਦੇ ਹਿੱਤ ਦੇ ਵਿੱਚ ਫੈਸਲੇ ਲਵੇ, ਨੀਤੀ ਬਣਾਵੇ, ਪਾਲਿਸੀ ਬਣਾਵੇ, ਤਾਂ ਜੋ ਸਾਡੇ ਦੇਸ਼ ਦਾ ਕਿਸਾਨ ਹੈ ਉਹ ਇੱਕ ਵਧੀਆ ਜੀਵਨ ਆਪਣਾ ਗੁਜ਼ਾਰਾ ਕਰ ਸਕੇ, ਵਧੀਆ ਜੀਵਨ ਬਤੀਤ ਕਰ ਸਕੇ। ਹੁਣ ਦੇਖਣਾ ਇਹੀ ਹੋਵੇਗਾ ਸਾਡੀਆਂ ਸਰਕਾਰਾਂ ਕਿਸ ਤਰ੍ਹਾਂ ਦੇ ਫੈਸਲੇ ਲੈਂਦੀਆਂ ਨੇ, ਕਿਸ ਤਰ੍ਹਾਂ ਦੀ ਨੀਤੀਆਂ ਬਣਾਉਂਦੀਆਂ ਨੇ, ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਪੰਜਾਬੀ ਟ੍ਰਿਬਿਊਨ ਲਗਾਤਾਰ ਤੁਹਾਡੇ ਤੱਕ ਛੋਟੀ ਛੋਟੀ ਖਬਰ ਜਿਹੜੀ ਹੈ ਪਹੁੰਚਾਉਂਦਾ ਰਹੇਗਾ, ਤਾਂ ਜੋ ਤੁਹਾਨੂੰ ਸਮਾਜ ਦੇ ਅਸਲ ਮੁੱਦਿਆਂ ਬਾਰੇ ਪਤਾ ਲੱਗ ਸਕੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।